सिखी बारीक है प्यारा, गुर सिखी बारीक है, 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 गुर सिखी बारीक है। खंडे तार गली अग पीड़ी, खंडे तार गली अत पीड़ी, खंडे तार गली अत पीड़ी, खंडे तार गली अत पीड़ी, तार गली अत पीड़ी, खंडे तार गली अत पीड़ी, खंडे तार गली अत पीड़ी, खंडे तार गली अत पीड़ी। टिकै ना पढ़ना, ओथे टिकै ना पढ़ना, ओथे टिकै ना पढ़ना, ओथे टिकै ना पढ़ना। सकायू पर कीड़ी चलना चलना ऊपर कीड़ी, चलना ऊपर कीड़ी, ठहरना सके ऊपर कीड़ी। गोरे बालों निकी आखिया, बालों निकी आखिया, बालों निकी आखिया, बालों निकी आखिया। तोला कोलू पीड़ी, तेल तिलोला कोलू पीड़ी, तेल तिलोला कोलू पीड़ी, तिलोला कोलू पीड़ी। गुर सिखी बारीक है, गुर सिखी बारीक है, गुर सिखी बारीक है, गुर सिखी बारीक है। ओ गुर सिखी बारीक है मेरा प्यारा आप जी ने भाई गुरदास जी का ये शब्द सुनिया, गुरसिखी बारीक है खंडे तार गली अत पीड़ी, उथे टिका ना पौना चल ना सकै उपर कीड़ी। इसे तरह का ही एक शब्द तीसरे पातशाह का आनंद साहब विच लिखिया होया, भगता की चाल निराली, चाला निराली भगता केरी, बिखम मार्ग चलना। हुंदा की है, जो सानू प्रचारकां ने दस्या ते जो असां समझिया, ये सारी गल का ही अर्थ असां सारियां ने ये समझ लिया कि गुरसिक्खी की बारीकी इन्नी है, लम्मे सारे केस ते लम्मी दाढ़ी, किरपान, लम्मी लम्मी माला, चिट्टे नीले कपड़े, तिलक जंजों। ये गुरबाणी अनुसार जे आपां विचारीए, इत्थे सच्चे पातशाह ने जो लिखिया है वो इहदे तो बिल्कुल वखरा, क्योंकि असी सच्चे पातशाह पहले पातशाह साहब सतगुरु नानक देव जी दे सिख हाँ, बाकी अगों जिवें भी कोई मानदा है, सच्चे पातशाह जी दे अनुसार अते श्री ग्रंथ साहब जी की बाणी अनुसार कोई भी भेख सिख वास्ते इस तरह का नहीं कि जिस भेख नूं करके ते वो सिख अखवा सके। मैं फिर दोहराउना, कोई भी भेख ऐसा नहीं जिस भेख नूं करके कोई सिख अखवा सके, क्योंकि
ਬਹੁਤ ਸਾਰੇ ਨਾਸਤਕ ਨੇ, ਉਹ ਦਾੜੀ ਕੇਸ ਰੱਖਦੇ ਨੇ। ਬਹੁਤ ਸਾਰੇ ਮੁਸਲਮਾਨ, ਪਾਰਸੀ, ਪਾਦਰੀ ਦਾੜੀ ਕੇਸ ਰੱਖਦੇ ਨੇ, ਸਾਡੇ ਵਾਂਗੂ ਚਿੱਟੇ ਕੱਪੜੇ ਪਾਉਂਦੇ ਨੇ, ਚਿੱਟੀਆਂ ਪੱਗਾਂ ਬੰਨ੍ਹਦੇ ਨੇ। ਫਿਰ ਉਹ ਕੀ ਹੋਏ? ਸੋ ਸਾਨੂੰ ਤੱਤ ਦੀ ਗੱਲ ਸਮਝਣ ਦੀ ਲੋੜ ਹੈ। ਜੇ ਅਸੀਂ ਹੋਰ ਪੂਰੇ ਧਿਆਨ ਨਾਲ ਵਿਚਾਰੀਏ, ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਜੋ ਸਾਨੂੰ ਬਚਨ ਕੀਤੇ ਨੇ, ਜੇ ਅਸੀਂ ਉਹਨੂੰ ਮੰਨ ਸਕੀਏ, ਸੱਚੀ ਮੁੱਚੀ ਸਿੱਖ ਪੰਥ ਨੂੰ ਬਹੁਤ ਲਾਭ ਹੋ ਸਕਦਾ। ਮੁਸ਼ਕਲ ਦੀ ਗੱਲ ਹੈ, ਦੁੱਖ ਦੀ ਗੱਲ ਹੈ ਕਿ ਅਸੀਂ ਵਿਚਾਰਦੇ ਨਹੀਂ, ਜਿਹਦੇ ਵਿੱਚ ਇੱਕ ਕਾਰਨ ਇਹ ਵੀ ਹੈ ਕਿ ਸਾਡੇ ਪ੍ਰਚਾਰਕ ਜਿਹੜੇ ਨੇ ਉਹ ਹੀ ਵਿਚਾਰਵਾਨ ਨਹੀਂ। ਉਹ ਵਿਚਾਰੇ ਪ੍ਰਸ਼ਾਦੇ ਪਾਣੀ ਵਾਸਤੇ ਜਾਂ ਕਿਸੇ ਤਰ੍ਹਾਂ ਕਿਸੇ ਕਾਰਨ ਮਜਬੂਰੀ ਵਿੱਚ ਪ੍ਰਚਾਰਕ ਬਣ ਗਏ, ਉਹਨਾਂ ਨੂੰ ਪ੍ਰਚਾਰਕ ਤੋਂ ਅਸਾਂ ਚੁੱਕ ਕੇ ਪੰਥ ਦੇ ਆਗੂ ਮੰਨ ਲਿਆ। ਹੁਣ ਅਗਵਾਈ ਕਰਨੀ ਬੜੀ ਔਖੀ ਹੈ। ਹੱਥੀਂ ਗੋਡੀ ਤਾਂ ਕੋਈ ਵੀ ਕਰ ਸਕਦਾ, ਪਰ ਬਹੁਤਿਆਂ ਤੋਂ ਗੋਡੀ ਕਰਨੀ ਕਰਾਉਣੀ ਕਿਵੇਂ ਹੈ, ਉਹ ਦੱਸਣ ਵਾਲਾ ਤੇ ਉੱਪਰ ਬਹੁਤ ਸਿਆਣਾ ਹੋਵੇ ਤਾਂ ਹੀ ਹੈ। ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਫਿਰ ਇਹ ਵੀ ਬਚਨ ਹੈ, ਵਿਵੇਕ ਬੁੱਧ ਸਭ ਜਗ ਮੈਂ ਨਿਰਮਲ, ਵਿਚਰ ਵਿਚਰ ਰਸ। ਅਕਲੀ ਸਾਹਿਬ ਸੇਵੀਆ, ਅਕਲੀ ਪਾਈਐ ਮਾਨ। ਸਤਿਗੁਰ ਨੂੰ ਸਭ ਕੋਈ ਦੇਖਦਾ, ਜੇਤੜਾ ਸਗਲ ਸੰਸਾਰ। ਡਿੱਠੇ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੇ ਵਿਚਾਰ। ਭਾਵ ਸੱਚੇ ਪਾਤਸ਼ਾਹ ਸਾਨੂੰ ਵਿਚਾਰਵਾਨ ਬਣਨ ਦਾ ਹੁਕਮ ਦਿੰਦੇ ਨੇ। ਅਸੀਂ ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆ ਕੇ ਮੰਨ ਲਈਏ ਜਾਂ ਸ੍ਰੀ ਗ੍ਰੰਥ ਸਾਹਿਬ ਜੀ ਆ ਕੇ ਮੰਨ ਲਈਏ, 99 ਗੱਲਾਂ ਤਾਂ ਸਾਡੀਆਂ ਸਾਰਿਆਂ ਦੀਆਂ ਉਹੋ ਹੀ ਨੇ। ਅਸੀਂ ਵੀ ਵਾਕ ਲੈਂਦੇ ਹਾਂ, ਦੂਜੇ ਭਰਾ ਵੀ ਲੈਂਦੇ ਨੇ, ਮੱਥਾ ਅਸੀਂ ਵੀ ਟੇਕਦੇ ਹਾਂ, ਉਹ ਵੀ ਟੇਕਦੇ ਨੇ। ਇੱਕ ਛੋਟੀ ਜਿਹੀ ਗੱਲ ਦਾ ਫਰਕ ਹੈ, ਉਹਨੂੰ ਛੱਡ ਕੇ 99 ਗੱਲਾਂ ਤੇ ਉਹੋ ਹੀ ਨੇ। ਪਰ ਸੋਚਣ ਦੀ ਲੋੜ ਹੈ ਕਿ ਅਸੀਂ ਬਚਨ ਮੰਨਦੇ ਕਿੰਨਾ ਕੁ। ਜਿਵੇਂ ਤੁਹਾਨੂੰ ਸਰਦਾਰ ਸੁੱਚਾ ਸਿੰਘ ਜੀ ਨੇ ਬੜੀ ਵਧੀਆ ਮਿਸਾਲ ਦਿੱਤੀ ਹੈ ਬੰਦੇ ਬਹਾਦਰ ਵੇਲੇ ਦੀ। ਜੇ ਆਪਾਂ ਵਿਚਾਰਵਾਨ ਹੁੰਦੇ ਤੇ ਉਸ ਦਿਨ ਆਪਾਂ ਆਪਸ ਵਿੱਚ ਲੜ ਕੇ ਪੰਥ ਦਾ ਨੁਕਸਾਨ ਨਹੀਂ ਸਾਂ ਕਰਦੇ, ਕਿਉਂਕਿ ਵਿਚਾਰਵਾਨ ਆਪਸ ਵਿੱਚ ਨਹੀਂ ਲੜਦੇ। ਸਾਧ ਸੰਗਤ ਜੀ, ਮੇਰੀ ਗੱਲ ਨਾ ਮੰਨੋ, ਸ੍ਰੀ ਗ੍ਰੰਥ ਸਾਹਿਬ ਜੀ ਵਿੱਚ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਰਸਨਾ ਦਾ ਬਚਨ ਮੰਨ ਕੇ ਵਿਚਾਰਵਾਨ ਬਣਨ ਦੀ ਲੋੜ ਹੈ। ਲੰਗਾ ਜੀ ਨੇ ਬੜੇ ਹੀ ਸੁੰਦਰ ਸ਼ਬਦਾਂ 'ਚ ਸਾਨੂੰ ਨਾਮਧਾਰੀਆਂ ਨੂੰ ਕਿਹਾ ਕਿ ਇਕੱਠੇ ਹੋ ਜਾਈਏ, ਅਸੀਂ ਤੁਹਾਡੇ ਨਾਲ ਹਾਂ। ਦੂਸਰੇ ਪਾਸੇ ਮੈਂ ਇਹ ਵੀ ਬੇਨਤੀ ਕਰਾਂਗਾ, ਸਿਰਫ ਨਾਮਧਾਰੀਏ ਹੀ ਨਹੀਂ, ਸਾਰਾ ਸਿੱਖ ਪੰਥ ਇਕੱਠਾ ਹੋਣਾ ਚਾਹੀਦਾ। ਸਾਰਾ ਸਤਿਗੁਰੂ ਨਾਨਕ ਦੇਵ ਨੂੰ ਮੰਨਣ ਵਾਲੇ ਸਾਰੇ ਹੀ ਇਕੱਠੇ ਹੋਣੇ ਚਾਹੀਦੇ ਨੇ। ਮੈਂ ਆਪ ਜੀ ਨੂੰ ਬੇਨਤੀ ਕਰ ਰਿਹਾ ਸੀ, ਗੁਰਸਿੱਖੀ ਬਾਰੀਕ ਹੈ। ਹੁਣ ਇੱਥੇ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਗੁਰਮੁਖ ਵੰਸੀ ਪਰਮਹੰਸ ਖੀਰ ਨੀਰ ਨਿਰਨਉ ਚੁੰਝ ਵੀੜੀ। ਹੰਸ ਕੀ ਹੁੰਦਾ? ਹੰਸ ਦੇ ਵਾਸਤੇ ਇਹ ਮਾਨਤਾ ਹੈ ਕਿ ਹੰਸ ਦੁੱਧ ਵਿੱਚ ਚੁੰਝ ਪਾਵੇ, ਦੁੱਧ ਤੇ ਪਾਣੀ ਨੂੰ ਵੱਖੋ ਵੱਖ ਕਰ ਦਿੰਦਾ। ਭਾਵ ਖਰੀ ਤੇ ਖੋਟੀ ਚੀਜ਼ ਨੂੰ ਵੱਖੋ ਵੱਖ ਕਰ ਦਿੰਦਾ। ਸਾਡੇ ਸੱਚੇ ਪਾਤਸ਼ਾਹ ਨੇ ਸਾਨੂੰ ਹੰਸ ਬਣਾਇਆ, ਵਿਚਾਰਵਾਨ ਬਣਾਇਆ। ਦੁੱਖ ਦੀ ਗੱਲ ਹੈ ਕਿ ਅਸੀਂ ਵਿਚਾਰ ਰਹਿਤ ਹੋ ਗਏ ਹਾਂ, ਕਿਉਂਕਿ ਅਸੀਂ ਗੁਰਬਾਣੀ ਨੂੰ ਸਿਰਫ ਮੱਥਾ ਟੇਕਿਆ, ਅਸੀਂ ਮੰਨਿਆ ਨਹੀਂ ਹੈਗਾ। ਅਸੀਂ ਬਾਣੀ ਨੂੰ ਮੱਥਾ ਟੇਕਿਆ, ਮੰਨਿਆ ਨਹੀਂ। ਜੇ ਮੰਨਿਆ ਹੁੰਦਾ ਤੇ ਗੱਲ ਹੀ ਹੋਰ ਹੁੰਦੀ। ਜਿਹੜੇ ਸ਼ਬਦਾਂ ਨੂੰ ਲੈ ਕੇ ਅਸੀਂ ਆਪੋ ਆਪਣੇ ਅਰਥ ਆਪਣੇ ਅਨੁਸਾਰ ਕੱਢਦੇ ਹਾਂ, ਜੇ ਉਹ ਸਾਰੇ ਸ਼ਬਦ ਨੂੰ ਪੜ੍ਹ ਕੇ ਵੇਖੀਏ ਤੇ ਅੱਖਾਂ ਖੁੱਲ੍ਹ ਜਾਂਦੀਆਂ। ਸਾਧ ਸੰਗਤ ਜੀ, ਇੱਥੇ ਹੀ ਲੈ ਲਓ। ਪਹਿਲੋਂ ਮੈਂ ਇੰਨੀ ਗੱਲ ਨੂੰ ਹੀ ਕਰਕੇ ਅੱਗੇ ਚੱਲਾਂਗਾ ਕਿ ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਘੇਰੀ, ਵਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ, ਤਜ ਤ੍ਰਿਸ਼ਨਾ, ਬਹੁਤ ਨਾਹੀਂ ਬੋਲਣਾ। ਮੈਂ ਆਪ ਜੀ ਸਾਰਿਆਂ ਨੂੰ ਪੁੱਛਦਾ, ਕਦੀ ਕਿਸੇ ਪ੍ਰਚਾਰਕ ਨੇ ਆਪ ਜੀ ਨੂੰ ਇਹ ਕਿਹਾ ਕਿ ਬਹੁਤਾ ਬੋਲਣਾ ਪਾਪ ਹੈ? ਦੱਸਿਓ ਜੀ ਜਰਾ। ਨਾਮਧਾਰੀ ਗੈਰ ਨਾਮਧਾਰੀ ਕੋਈ ਦੱਸ ਦਿਓ, ਕਦੀ ਕਿਸੇ ਪ੍ਰਚਾਰਕ ਨੇ ਆਖਿਆ? ਜਦ ਕਿ ਜਿਹੜੀ ਬਾਣੀ ਨੂੰ ਮੱਥਾ ਟੇਕਦੇ ਆ ਉਹਦੇ ਵਿੱਚ ਲਿਖਿਆ ਹੈ, ਆਨੰਦ ਸਾਹਿਬ ਦੇ ਵਿੱਚ ਲਿਖਿਆ ਹੋਇਆ, ਜਿੱਥੇ ਲੱਭ ਲੋਭ ਅਹੰਕਾਰ ਛੱਡਣ ਦਾ ਉੱਥੇ ਨਾਲ ਹੀ ਇਹ ਵੀ ਹੁਕਮ ਹੈ, ਤਾਜ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ, ਕਿਉਂਕਿ ਬੋਲਤ ਬੋਲਤ ਵਧੇ ਵਿਕਾਰਾ। ਆਪਣੇ ਵਾਸਤੇ ਇਹ ਬਚਨ ਕੋਈ ਮਹਿਨਾ ਹੀ ਨਹੀਂ ਰਖਾਉਂਦਾ।
ਸੋ ਇਹ ਚੀਜ਼ਾਂ ਸਾਨੂੰ ਵਿਚਾਰਨ ਦੀ ਲੋੜ ਹੈ ਔਰ ਵਿਚਾਰਵਾਨ ਬਣਨ ਦੀ ਲੋੜ ਹੈ। ਹੰਸ ਬਣੀਏ ਗੁਰੂ ਕੇ ਚਰਨੀ ਲੱਗ ਕੇ ਅਤੇ ਸੱਚੇ ਪਾਤਸ਼ਾਹ ਜੀ ਦੇ ਦੱਸੇ ਸਹੀ ਮਾਰਗ ਨੂੰ ਅਪਣਾਈਏ ਤਾਂ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਪੰਥ ਰੰਗ ਬਰੰਗੀ ਫੁਲਵਾੜੀ ਹੈ ਜੋ ਵੀ ਹੈ ਉਹ ਸਮੁੱਚੇ ਰੂਪ ਵਿੱਚ ਵੱਧ ਫੁੱਲ ਸਕੇ। ਕਿਉਂਕਿ ਅੱਜ ਅਸੀਂ ਜੋ ਰੂਪ ਬਣਾ ਲਿਆ ਸਿੱਖੀ ਦਾ ਜਾਂ ਸਮਝ ਲਿਆ, ਸੱਚੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਜੀ ਨੇ ਇਹ ਚੀਜ਼ ਸਾਨੂੰ ਨਹੀਂ ਦਿੱਤੀ। ਸੱਚੇ ਪਾਤਸ਼ਾਹ ਦੇ ਵਾਸਤੇ ਭਾਈ ਗੁਰਦਾਸ ਜੀ ਨੇ ਲਿਖਿਆ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਮੈਲ ਰਹਿਤ ਜਿਨ੍ਹਾਂ ਦੇ ਕਰਮ ਨਿਰਮਲ ਨੇ ਉਹ ਪੰਥ ਚਲਾਇਆ ਸੱਚੇ ਪਾਤਸ਼ਾਹ ਨੇ। ਜਦੋਂ ਸੱਚੇ ਪਾਤਸ਼ਾਹ ਮੱਕੇ ਗਏ ਨੇ ਉੱਥੇ ਉਹਦੇ ਵਾਸਤੇ ਭਾਈ ਗੁਰਦਾਸ ਜੀ ਨੇ ਜੋ ਕੁਝ ਲਿਖਿਆ ਉਹ ਤੁਸੀਂ ਸੁਣ ਲਓ। ਉਹਦੇ ਵਿੱਚ ਉਹਨਾਂ ਨੇ ਕਿਹੜਾ ਪੰਥ ਚੰਗਾ ਦੱਸਿਆ ਉਹ ਆਪ ਜੀ ਆਪ ਸੁਣ ਲਓ। ਪੁੱਛਣ ਗੱਲ ਇਮਾਨ ਦੀ ਕਾਜੀ ਮੁੱਲਾ ਇਕੱਠੇ ਹੋਈ। 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 ਵੱਡਾ ਸਾਗ लख न सके कुदरत कोई। वैदा साग वरताया लख न सके कुदरत कोई। पुछन गल ईमान दी काजी मुल्ला इकट्ठे होई। पुछन गल ईमान दी काजी मुल्ला इकट्ठे होई। पुछन खोल किताब नू वड्डा हिंदू मुसलमान होई। पुछन खोल किताब नू वड्डा के मुसलमान होई। पुछन गल ईमान दी काजी मुल्ला इकट्ठे होई। पुछन गल ईमान दी काजी मुल्ला इकट्ठे होई। ते सतगुरु नानक देव सच्चे पातशाह की अगों उत्तर देंदे ने काजी रुकनदीन नूं। बाबा आखे हाजिया बाबा आखे हाजिया शुभ अमला बाजो दोनों रोई। बाबा आखे हाजिया शुभ अमला बाजो दोनों रोई। पुछन कल ईमान दी काजी मुल्ला इकट्ठे होई। पुछन कल ईमान दी काजी मुल्ला इकट्ठे होई। सर्ब धर्म मैं श्रेष्ठ धर्म सर्ब धर्म मैं श्रेष्ठ धर्म हर को नाम जप निर्मल करम। अगलियां दो तुकां इदों भी खतरनाक ने। पंजवें पातशाह नूं एवें शांति दा पुंज आंदे ने। वेखो साडे वास्ते किन्नियां माड़ियां गल्लां लिख के वक्त पा गए ने क्योंकि मननियां औखियां ने इस करके खतरनाक ने। सच्चे पातशाह हुक्म करते ने सगल क्रिया मैं ऊतम किरिया सगल क्रिया मैं ऊतम किरिया साध संग दुरमत मल हिरिया। साध संग दुरमत मल हिरिया। सच्चे पातशाह हुक्म करते हैं कि साध संगत विच जाके चंगी संगत करके अपने मन की मैल हटाउणी पापां वालियां माड़ियां आदतां नूं त्यागना सब तो चंगा कर्म ये है। इस करके खतरनाक है क्योंकि बचन मनना बड़ा औखा है।
ਸੋ ਸਾਧ ਸੰਗਤ ਜੀ, ਧਰਮਾਂ ਵਿੱਚੋਂ ਸਭ ਤੋਂ ਉੱਤਮ ਧਰਮ ਕਿਹੜਾ ਹੈ? ਗੁਰਬਾਣੀ ਅਨੁਸਾਰ ਆਪ ਜੀ ਨੂੰ ਬੇਨਤੀ ਕਰ ਦਿੱਤੀ ਹੈ। ਗੁਰਬਾਣੀ ਵਿੱਚ ਭੇਖ, ਇਹ ਬਾਹਰਲਾ ਸਰੂਪ ਜਿਹੜਾ ਹੈ, ਇਹਦੇ ਵਾਸਤੇ ਕੀ ਕੁਝ ਲਿਖਿਆ ਉਹ ਹੁਣ ਆਪ ਜੀ ਸਰਵਣ ਕਰ ਲਓ ਕਿ ਬਾਣੀ ਅਨੁਸਾਰ ਭੇਖ ਦੀ ਮਹੱਤਤਾ ਕਿੰਨੀ ਕੁ ਹੈ। ਕੀ ਅਸੀਂ ਭੇਖ ਨਾਲ ਨਾਮਧਾਰੀ ਜਾਂ ਅਕਾਲੀ ਜਾਂ ਹਿੰਦੂ ਜਾਂ ਮੁਸਲਮਾਨ ਕੁਝ ਬਣ ਸਕਦੇ ਹਾਂ? ਜੇ ਉੱਥੇ ਜੋ ਬਚਨ ਹਿੰਦੂਆਂ ਤੇ ਮੁਸਲਮਾਨਾਂ ਵਾਸਤੇ ਕੀਤੇ ਨੇ ਉਹ ਸਾਡੇ ਤੇ ਵੀ ਸਾਰੇ ਹੀ ਲਾਗੂ ਹੁੰਦੇ ਨੇ, ਅੱਖਰ ਅੱਖਰ। ਉੱਥੇ ਇਹ ਨਹੀਂ ਆਖਿਆ ਕਿ ਅਕਾਲੀਆਂ ਨੂੰ ਵੱਖਰਿਆਂ ਕਰ ਦਿਓ ਤੇ ਨਾਮਧਾਰੀਆਂ ਨੂੰ ਨਹੀਂ, ਸਭ ਤੇ ਅੱਖਰ ਅੱਖਰ ਲਾਗੂ ਨੇ। ਜੋ ਜੋਗੀਆਂ ਵਾਸਤੇ, ਜੋ ਸੰਨਿਆਸੀਆਂ ਵਾਸਤੇ, ਸਭ ਵਾਸਤੇ ਇੱਕੋ ਹੀ ਹੈ। ਸੋ ਆਪ ਜੀ ਸਰਵਣ ਕਰੋ ਕਿ ਭੇਖ ਆਪਾਂ ਅੱਜ ਕਹਿੰਦੇ ਹਾਂ। ਜੇ ਕਿਸੇ ਨੂੰ ਪੁੱਛੀਏ ਨਾ ਇੱਥੇ ਨਾਮਧਾਰੀਏ ਕਿੰਨੇ ਨੇ, ਆਂਦੇ ਜੀ ਨਾਮਧਾਰੀਏ ਤੇ ਹੈਗੇ ਸੀ, ਅੱਗੋਂ ਕੱਪੜੇ ਖੁੱਲੇ ਪਾਉਣ ਲੱਗ ਪਏ। ਮਤਲਬ ਜੇ ਉਹਨੇ ਪਜਾਮਾ ਖੁੱਲਾ ਪਾ ਲਿਆ ਜਾਂ ਪੱਗ ਚੁੰਝ ਵਾਲੀ ਬੰਨ ਲਈ ਜਾਂ ਨੀਲੀ ਪੀਲੀ ਬੰਨ ਲਈ ਤੇ ਉਹ ਨਾਮਧਾਰੀਆ ਨਹੀਂ ਰਿਹਾ। ਅੱਛਾ, ਗੈਰ ਨਾਮਧਾਰੀ ਸਿੱਖ ਭਰਾਵਾਂ 'ਚ ਪੁੱਛ ਲਓ, ਉਹ ਆਂਦੇ ਨੇ ਜੀ ਇਸ ਤਰ੍ਹਾਂ ਵੀ ਸਿੱਖ ਤੇ ਹੈਗੇ ਸਾਂ 4 ਪੀੜ੍ਹੀਆਂ ਤੋਂ, ਅੱਗੋਂ ਮੁੰਡੇ ਮੋਨੇ ਹੋ ਗਏ ਨੇ। ਇਹਦਾ ਮਤਲਬ ਉਹ ਵੀ ਸਿੱਖ ਨਾ ਰਿਹਾ, ਹੱਦ ਹੋ ਗਏ। ਫਿਰ ਸਿੱਖੀ, ਸੱਚੇ ਪਾਤਸ਼ਾਹ ਦੀ ਸਿੱਖੀ ਇੰਨੀ ਸਹਿਲ ਜਿਹੀ ਚੀਜ਼ ਹੀ ਹੋਈ ਕਿ ਜਿਹੜੀ ਐਵੇਂ ਹੀ ਛੁੱਟ ਗਈ ਤੇ ਐਵੇਂ ਹੀ ਆ ਗਈ? ਨਹੀਂ, ਸੱਚੇ ਪਾਤਸ਼ਾਹ ਜੀ ਦੀ ਸਿੱਖੀ ਜਿਹੜੀ ਹੈ ਉਹ ਬੜੇ ਸੌਖੀ ਹੈ ਤੇ ਬਹੁਤ ਔਖੀ ਹੈ। ਸੌਖੀ ਇਸ ਕਰਕੇ ਹੈ ਕਿ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਸ਼ੁਭ ਕਰਮਾਂ ਦਾ ਉਪਦੇਸ਼ ਦਿੰਦੇ ਨੇ ਤੇ ਸੌਖੇ ਰਾਹ 'ਤੇ ਚੱਲਣਾ ਦੱਸਦੇ ਨੇ। ਭਰਮਾਂ ਵਹਿਮਾਂ ਤੋਂ ਸਾਨੂੰ ਕੱਢਣ ਵਾਸਤੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਆਏ ਨੇ। ਅਸੀਂ ਫਿਰ ਭਰਮਾਂ ਵਹਿਮਾਂ 'ਚ ਫਸੀ ਜਾਂਦੇ ਹਾਂ। ਤੇ ਔਖੀ ਇਸ ਕਰਕੇ ਹੈ ਕਿ ਮਨ ਨੂੰ ਸਮਝਾ ਕੇ ਜਰਾ ਚੰਗੇ ਪਾਸੇ ਲਾਉਣਾ ਪੈਂਦਾ। ਭੇਖ ਕਰਕੇ ਬਹੁਤੀ ਛੇਤੀ ਲੰਮੀ ਦਾੜੀ ਕਿਰਪਾਨ ਜਾਂ ਮੇਰੇ ਨੂੰ ਮਾਲਾ ਪਾ ਕੇ ਤੇ ਆਖੀਦਾ ਮੈਂ ਬੜਾ ਵੱਡਾ ਸਿੱਖ ਹਾਂ ਸਤਿਗੁਰੂ ਨਾਨਕ ਦਾ। ਕਿਉਂਕਿ ਸੱਚ ਬੋਲਣਾ, ਧਰਮ ਦੀ ਕਿਰਤ ਕਰਨੀ ਔਖੀ ਪੈਂਦੀ ਹੈ ਨਾ। ਦਾੜੀ ਕੇਸ ਰੱਖ ਲੈਣੇ, ਕਿਰਪਾਨ ਪਾ ਲੈਣੀ, ਮਾਲਾ ਪਾ ਲੈਣੀ, ਤਿਲਕ ਜੰਜੂ ਲਾ ਕੇ ਵੱਡਾ ਪੰਡਤ ਬਣ ਜਾਂਦਾ। ਸੱਚੇ ਪਾਤਸ਼ਾਹ ਹੁਕਮ ਕਰਦੇ ਨੇ ਪੰਡਿਤ ਸੋ ਜੋ ਮਨ ਪ੍ਰਬੁੱਧ ਹੈ। ਮੁਸਲਮਾਨ ਨੂੰ ਆਖਿਆ ਮੁਸਲਮਾਨ ਮੋਮ ਦੇ ਲੋਭ ਹੈ। ਸੋ ਆਪ ਜੀ ਸੁਣੋ ਭੇਖ ਵਾਸਤੇ ਸੱਚੇ ਪਾਤਸ਼ਾਹ ਜੀ ਦਾ ਬਚਨ ਬਾਣੀ ਵਿੱਚ ਕੀ ਹੈ। ਨਹੀਂ ਹਮ ਦੇਖ ਕੇ ਜੋਗੀ ਹਮਾਰਾ ਪੰਥ ਨਿਆਰਾ ਹੈ। नहीं हम देख के जोगी हमारा पंथ न्यारा है। नहीं हम देख के जोगी हमारा पंथ न्यारा है। नहीं हम देख के जोगी हमारा पंथ न्यारा है। हम देख के जोगी हमारा पंथ न्यारा है। नहीं हम देख के जोगी हमारा पंथ न्यारा है। हमारा पंथ न्यारा है। नहीं हम देख के जोगी हमारा पंथ न्यारा है। ਆਪ ਜੀ ਨੇ ਸੁਣ ਲਿਆ ਕਿ ਭੇਖ ਵਾਸਤੇ ਜੋ ਜੋ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ। ਜਪਜੀ ਸਾਹਿਬ ਬਹੁਤ ਸਿੱਖ ਪੜ੍ਹਦੇ ਸੁਣਦੇ ਨੇ। ਉਹਦੇ ਵਿੱਚ ਇੱਕ ਪੌੜੀ ਆਉਂਦੀ ਹੈ, ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੈ ਬਿਭੂਤ ਖਿੰਥਾ ਕਾਲ ਕੁਆਰੀ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀ। ਹੁਣ ਇੱਥੇ ਵੀ ਸੱਚੇ ਪਾਤਸ਼ਾਹ ਉਹੋ ਹੀ ਬਚਨ ਕੀਤੇ ਨੇ ਜੋ 10ਵੇਂ ਰੂਪ 'ਚ ਕਰਦੇ ਨੇ। ਇੱਥੇ ਮੁੰਦਾ ਸੰਤੋਖ ਆਪਾਂ ਧਿਆਨ ਹੀ ਨਹੀਂ ਕਰਦੇ। ਮੁੰਦਾ ਤੋਂ ਮਤਲਬ ਮੁੰਦਰਾ ਤੋਂ ਹੈ। ਸੰਤੋਖ ਦੀ ਮੁੰਦਰਾ ਧਾਰੇ, ਕਿਉਂਕਿ ਜੋਗੀ ਮੁੰਦਰਾ ਪਾਉਂਦੇ ਨੇ। ਸੰਤੋਖ ਦੀ ਮੁੰਦਰਾ ਪਾਵੇ ਅਤੇ ਅਖੀਰ ਤੇ ਜਾ ਕੇ ਬਚਨ ਕੀਤਾ ਮਨ ਜੀਤੇ ਜਗ ਜੀਤ।
ਸੋ ਇਹ ਚੀਜ਼ਾਂ ਆਪਾਂ ਨੂੰ ਵਿਚਾਰਨ ਦੀ ਲੋੜ ਹੈ, ਗੁਰੂ ਕਾ ਬਚਨ ਮੰਨਣ ਦੀ ਲੋੜ ਹੈ। ਨਹੀਂ ਕਿਉਂਕਿ ਜਿਹੜੀ ਸਾਫ਼ ਗੱਲ ਆ ਗਈ, ਨਹੀਂ ਹਮ ਵੇਦ ਕੇ ਵਾਦੀ ਵੈਰਾਗੀ ਮਾਨੋ ਮਾਰਾ ਹੈ। ਸਿਰਫ ਵੇਦ ਪੜ੍ਹਨ ਤੱਕ ਨਹੀਂ ਗੱਲ, ਆਪਾਂ ਵੀ ਸਮਝ ਲਿਆ ਕਿ ਬਾਣੀ ਪੜ੍ਹਨ ਤੱਕ ਹੀ ਗੱਲ ਹੈ ਸਿਰਫ। ਦਸਵੇਂ ਪਾਤਸ਼ਾਹ ਦੇ ਰੂਪ ਵਿੱਚ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਰੇ ਮਨ ਇਹ ਬਿਦ ਜੋ ਕਮਾਓ, ਸਿੰਘੀ ਸਾਚ ਅਕਪਟ ਕੰਠਲਾ, ਧਿਆਨ ਵਿਭੂਤ ਚੜਾਓ। ਧਿਆਨ ਦੀ ਵਿਭੂਤ ਜਪਜੀ ਸਾਹਿਬ ਵਿੱਚ ਵੀ ਇਹੋ ਹੀ ਹੁਕਮ ਹੈ ਕਿ ਵਿਭੂਤੀ ਜਿਹੜੀ ਜੋਗੀ ਮਲਦੇ ਨੇ, ਧਿਆਨ ਲਾਉਣ ਦੀ ਵਿਭੂਤੀ ਲਾਓ। ਦਸਵੇਂ ਪਾਤਸ਼ਾਹ ਵੀ ਉਹੀ ਬਚਨ ਕਰਦੇ ਨੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਾਨੂੰ ਹੁਕਮ ਕਰਦੇ ਨੇ, ਭੇਖ ਕੋਈ ਕਿੰਨੇ ਬਣਾਏ, ਭੇਖ ਬਣਾਇਆ ਸਿੱਖ ਨਹੀਂ ਬਣ ਜਾਂਦਾ ਜਿੰਨਾ ਚਿਰ ਬਚਨ ਨਾ ਮੰਨੇ। ਵਾਹ ਸੋ ਸਾਧ ਸੰਗਤ ਜੀ, ਆਪਾਂ ਨੂੰ ਗੁਰੂ ਕਾ ਬਚਨ ਮੰਨ ਕੇ ਜੀਵਨ ਉੱਚਾ ਕਰਨ ਦੀ ਲੋੜ ਹੈ। ਦਸਵੇਂ ਪਾਤਸ਼ਾਹ ਦੇ ਸ਼ਬਦ ਹਜ਼ਾਰਿਆਂ ਵਿੱਚ ਸੱਚੇ ਪਾਤਸ਼ਾਹ ਇਹ ਵੀ ਹੁਕਮ ਕਰਦੇ ਨੇ, ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਰਹਾਓ ਜਤ ਕੀ ਜਟਾ जोग को मज्जन, जत की जटा जोग को मज्जन, नेम के नखन बढ़ाओ, ज्ञान गुरु आत्म उपदेशो, नाम विभूत लगाओ। अल्प आहार सुलपसी निंद्रा, दया क्षिमा तन प्रीत, सील संतोख सदा निर्वाह बो, होवै बो त्रिगुण अतीत। काम क्रोध अहंकार लोभ हठ मोह, ना मन से लियावै, तभी आत्म तत्व को दर्शै, परम पुरख कै पावै। सो देश साडे सच्चे पातशाह जी का उन्हां दा सिरी मुख वाक है। ਜਿਹੜਾ ਭੇਸ ਅਸੀਂ ਬਣਾ ਕੇ ਆਪਣੇ ਆਪ ਨੂੰ ਸਿੱਖ ਸਮਝ ਲਿਆ, ਇਹ ਨਹੀਂ ਕਿ ਇਹਦਾ ਕੋਈ ਮਹੱਤਵ ਨਹੀਂ, ਕੇਸ ਦਾੜੀ ਦਾ ਕੋਈ ਮਹੱਤਵ ਨਹੀਂ, ਇਹਦਾ ਆਪਣੇ ਥਾਂ ਮਹੱਤਵ ਹੈਗਾ। ਇਹਦੇ ਨਾਲ ਸਾਡੀ ਇੱਕ ਪਹਿਚਾਣ ਹੈ, ਸਾਨੂੰ ਯਾਦ ਆਉਂਦਾ ਹੈ ਕਿ ਅਸੀਂ ਇਹ ਬਾਣਾ ਪਾਇਆ, ਅਸੀਂ ਇਹ ਮਾੜਾ ਕਰਮ ਨਾ ਕਰੀਏ ਅਤੇ ਇਹ ਚੰਗਾ ਕਰਮ ਕਰੀਏ। ਪਰ ਸਿਰਫ ਇਹ ਭੇਖ ਹੀ ਜਾਂ ਕੇਸ ਦਾੜੀ ਜਾਂ ਬਾਹਰਲੇ ਕਰਮ, ਇਹ ਹੀ ਸਿਰਫ ਸਿੱਖੀ ਨਹੀਂ। ਸਿੱਖੀ ਇਸ ਤੋਂ ਉੱਚੀ ਹੈ, ਜੋ ਗੁਰਬਾਣੀ ਅਨੁਸਾਰ ਆਪ ਜੀ ਨੂੰ ਬੇਨਤੀ ਕੀਤੀ ਹੈ। ਸੋ ਕਿਰਪਾ ਕਰਕੇ ਇਸ ਪਾਸੇ ਨੂੰ ਉਚੇਚਾ ਧਿਆਨ ਦਈਏ ਕਿ ਗੁਰੂ ਕਾ ਬਚਨ ਮੰਨਿਆ ਜਾਵੇ।